सतगुर प्रसाद। गौड़ी बैरागण रविदास जियो। कट अवघट डूगर घना, एक निर्गुण बैल हमार। रमैये स्यों एक बेनती, मेरी पूंजी राख मुरार। को बनजारो राम को, मेरा टांडा लादया जाए रे। रहाओ हूँ बनजारो राम को, सहज करूं व्यापार। मैं राम नाम धन लादया, बिख लादी संसार। उर्वार पार के दानिया, लिख लियो आल पताल। मोहे जम डंड न लागई, तजीले सर्ब जंजाल। जैसा रंग कुसुम्ब का, तैसा ए संसार। मेरे रमैये रंग मजीठ का, कहो रविदास चमार। वाहिगुरु जी का खालसा, वाहिगुरु जी की फतेह। गुरु सवारी साध संगत जीओ, असी संसारी जीव बाणी ਨੂੰ ਆਪਣਾ ਗੁਰੂ ਤੇ ਕਹਿੰਦੇ ਹਾਂ, ਮੰਨਦੇ ਹਾਂ, ਪਰ ਬਾਣੀ ਦੀ ਵਿਚਾਰ ਤੋਂ ਦੂਰ ਰਹਿ ਕੇ ਸਾਨੂੰ ਉਹ ਜੀਵਨ ਜਾਚ ਨਹੀਂ ਪ੍ਰਾਪਤ ਹੁੰਦੀ। ਕਾਸ਼ ਗੁਰੂ ਕੇ ਸਿੱਖ ਅਖਵਾਉਣ ਵਾਲੇ ਗੁਰਬਾਣੀ ਦੀ ਵਿਚਾਰ ਕਰਨ ਤੇ ਫਿਰ ਸਾਨੂੰ ਉਹ ਆਤਮਿਕ ਆਨੰਦ ਕਿਉਂ ਨਾ ਪ੍ਰਾਪਤ ਹੋ। ਦੇਖੋ ਜਗਤ ਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿੰਨਾ ਵੱਡਾ ਪਰਉਪਕਾਰ ਕੀਤਾ ਕਿ ਜਿੱਥੇ ਉਹਨਾਂ ਨੇ ਆਪਣੀ ਬਾਣੀ ਉਚਾਰਨ ਕੀਤੀ ਅਤੇ ਲਿਖੀ ਤੇ ਭਾਈ ਮਰਦਾਨਾ ਜੀ ਤੋਂ ਉਸ ਨੂੰ ਰਾਗਾਂ ਵਿੱਚ ਗਵਾਇਆ। ਫਿਰ ਉਹਨਾਂ ਨੇ ਉਹਨਾਂ 15 ਭਗਤਾਂ ਦੇ ਉਹਨਾਂ ਅਸਥਾਨਾਂ ਤੇ ਜਾ ਕੇ ਉਹਨਾਂ ਦੇ ਜਾਨਸ਼ੀਨਾਂ ਕੋਲੋਂ ਉਸ ਬਾਣੀ ਨੂੰ ਪ੍ਰਾਪਤ ਕੀਤਾ ਔਰ ਉਹ ਬਾਣੀ ਦਾ ਸੰਗ੍ਰਹਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਾਅਦ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਸ ਆਇਆ। ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ 63 ਸ਼ਲੋਕ ਆਪਣੇ ਉਚਾਰਨ ਕੀਤੇ ਔਰ ਉਸ ਬਾਣੀ ਦੇ ਖਜ਼ਾਨੇ ਵਿੱਚ ਆਪਣਾ ਹਿੱਸਾ ਪਾਇਆ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਉਸ ਵਿੱਚ ਹੋਰ ਵਾਧਾ ਕੀਤਾ। ਗੁਰੂ ਰਾਮਦਾਸ ਜੀ ਨੇ ਹੋਰ ਕਿਰਪਾ ਕੀਤੀ ਔਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਡੇ ਕਲਯੁਗੀ ਜੀਵਾਂ ਲਈ ਇਹ ਬਾਣੀ ਦਾ ਬੋਹਿਤ ਤਿਆਰ ਕੀਤਾ। ਬੋਹਿਤ ਦਾ ਮਤਲਬ ਹੁੰਦਾ ਜਹਾਜ਼। ਤੇ ਜਹਾਜ਼ ਕਿਹੜੇ ਕੰਮ ਹੁੰਦਾ? ਜਹਾਜ਼ ਦਾ ਆਸਰਾ ਲੈ ਕੇ ਅਸੀਂ ਸਮੁੰਦਰ ਤੋਂ ਪਾਰ ਹੋ ਸਕਦੇ ਹਾਂ। ਇਹ ਸੰਸਾਰ ਵੀ ਇੱਕ ਸਮੁੰਦਰ ਹੈ। ਇਹਨੂੰ ਤਰਨ ਦੀ ਸਾਡੇ ਵੀ ਸਮਰੱਥਾ ਨਹੀਂ ਹੈਗੀ, ਪਰ ਜੇ ਅਸੀਂ ਬਾਣੀ ਦੀ ਸਿੱਖਿਆ ਨਾਲ ਚੱਲੀਏ ਤੇ ਫਿਰ ਅਸੀਂ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦੇ ਹਾਂ। ਤੋ ਇਸੇ ਤਰ੍ਹਾਂ ਬਾਣੀ ਦੀ ਵਿਚਾਰ ਕਰਦਿਆਂ ਕਰਦਿਆਂ ਮਨ ਵਿੱਚ ਕਈ ਫੁਰਨੇ ਫੁਰ ਰਹੇ। ਭਾਈ ਅਸੀਂ ਕਦੇ ਇਹਨਾਂ ਮਹਾਂਪੁਰਖਾਂ ਦੇ, ਇਹਨਾਂ ਭਗਤ ਜਨਾਂ ਦੇ ਕਥਨ ਕੀਤੇ ਹੋਏ ਵਿਚਾਰਾਂ ਨੂੰ ਸਮਝ ਕੇ ਇਹਨਾਂ ਉੱਤੇ ਚੱਲਣ ਦਾ ਯਤਨ ਕਰੀ। ਹੁਣ ਤੁਸੀਂ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਇਹ ਸ਼ਬਦ, ਜਿਸ ਦਾ ਸਿਰਲੇਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ, ਇਹ ਮੰਗਲਾਚਰਨ ਹੈ। ਫਿਰ ਗੌੜੀ ਦੀ ਬੈਰਾਗਣ ਕਿਸਮ ਹੈ ਤੇ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਦਾ ਪਾਠ ਤੁਸੀਂ ਸਮਨ ਕਰ ਰਹੇ। ਆਓ ਵਿਚਾਰ ਕਰੀਏ। ਭਗਤ ਜੀ ਰਹਾਉ ਦੀ ਪੰਕਤੀ ਵਿੱਚ ਕੀ ਕਹਿੰਦੇ? ਕੋ ਬਨਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਰਹਾਉ
ਹੁਣ ਟਾਂਡਾ ਸ਼ਬਦ ਜਿਹੜਾ ਹੈ, ਇਹ ਕਿਸੇ ਖਾਸ ਇਲਾਕੇ ਦੀ ਬੋਲੀ ਹੈ। ਜਿਹੜੇ ਵਣਜ ਕਰਨ ਵਾਲੇ, ਵਪਾਰ ਕਰਨ ਵਾਲੇ ਆਪਣਾ ਕਾਫਲਾ ਲੈ ਕੇ ਤੁਰਦੇ ਨੇ, ਉਸ ਨੂੰ ਟਾਂਡਾ ਕਿਹਾ ਜਾਂਦਾ। ਹੁਣ ਮੁਸ਼ਕਿਲ ਇਹ ਹੈ ਕਿ ਅੱਜ ਵਪਾਰ ਦਾ ਢੰਗ ਤਰੀਕਾ ਜੋ ਹੈ ਉਹ ਬਦਲ ਗਿਆ। ਪਹਿਲੇ ਸਮਿਆਂ ਵਿੱਚ ਜਿਹੜੇ ਵਪਾਰੀ ਹੁੰਦੇ ਸਨ, ਜਿਨ੍ਹਾਂ ਦਾ ਇਹ ਕੰਮ ਕੀਤਾ ਹੁੰਦਾ ਸੀ, ਉਹ ਕੁਝ ਬੈਲਾਂ ਦਾ ਸਮੂਹ ਇਕੱਠਾ ਕਰਕੇ ਉਹਨਾਂ ਉੱਤੇ ਖੁਰਜੀਆਂ ਪਾ ਕੇ ਉਹਨਾਂ ਵਿੱਚ ਵੱਖ-ਵੱਖ ਤਰ੍ਹਾਂ ਦਾ ਉਹ ਸੌਦਾ ਸਮਾਨ ਲੈ ਕੇ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦੇ, ਦੂਜੇ ਤੋਂ ਤੀਜੇ ਪਿੰਡ ਜਾਂਦੇ, ਕਈ ਚੀਜ਼ਾਂ ਉੱਥੇ ਵੇਚਦੇ, ਕਈ ਖਰੀਦਦੇ। ਗੱਲ ਕੀ, ਉਹ ਸਮੁੱਚੇ ਹੀ ਕਾਫਲੇ ਨੂੰ ਟਾਂਡਾ ਕਿਹਾ ਜਾਂਦਾ ਸੀ। ਤੋ ਭਗਤ ਰਵਿਦਾਸ ਜੀ ਨੇ ਇਸ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਕਿਹਾ, ਕੋ ਬਨਜਾਰੂ ਰਾਮ ਕੋ। ਹੁਣ ਜਦੋਂ ਅਸੀਂ ਇਸ ਗੱਲ ਨੂੰ ਇਸ ਢੰਗ ਨਾਲ ਸਮਝਾਂਗੇ ਤੇ ਐਉਂ ਲੱਗੇਗਾ ਵੀ ਇਹ ਗੱਲ ਸਾਡੇ ਉੱਤੇ ਟੁਕਦੀ ਹੈ, ਇਹ ਤਾਂ ਸਾਡੇ ਨਾਲ ਮੇਲ ਖਾਂਦੀ ਹੈ। ਭਗਤ ਜੀ ਕਹਿੰਦੇ ਨੇ, ਕੋ ਬਨਜਾਰੂ ਰਾਮ ਕੋ। ਬਈ ਕੋਈ ਰਾਮ ਦੇ ਨਾਮ ਦਾ ਵਪਾਰੀ ਹੋਵੇ, ਮੇਰਾ ਟਾਂਡਾ ਲਾਦਿਆ ਜਾਏ ਰੇ, ਮੇਰਾ ਇਹ ਕਾਫਲਾ ਲਾਦਿਆ ਜਾਏ ਰੇ, ਲੱਦਿਆ ਜਾਏ, ਕਾਮਯਾਬ ਹੋ ਜਾਏ, ਸਫਲ ਹੋ ਜਾਏ। ਹੁਣ ਅਸੀਂ ਇੰਨੀ ਬਰੀਕੀ ਵਿੱਚ ਕਦੇ ਗਏ ਨਹੀਂ, ਕਿਉਂਕਿ ਸਾਨੂੰ ਇਹ ਸਰੀਰ ਮਿਲਿਆ, ਸਰੀਰ ਵਿੱਚ ਮਨ ਹੈ, ਮਨ ਦੇ ਨਾਲ ਸਾਥੀ ਹਨ 5 ਗਿਆਨ ਇੰਦਰੇ, 5 ਕਰਮ ਇੰਦਰੇ। ਇਹ ਸਾਰਾ ਇੱਕ ਕਾਫਲਾ ਹੈ ਔਰ ਇਸ ਕਾਫਲੇ ਦੇ ਨਾਲ ਅਸੀਂ ਇਸ ਜੀਵਨ ਵਿੱਚ ਵਪਾਰ ਕਰਨਾ। ਕੋ ਬਨਜਾਰੂ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਇਹ ਹੈ ਰਹਾਉ ਦੀ ਪੰਕਤੀ। ਹੇ ਭਾਈ, ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ ਪ੍ਰਭੂ ਦੇ ਨਾਮ ਦੇ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਵੀ ਲੱਦਿਆ ਜਾ ਸਕਦਾ। ਭਾਵ ਤਾਂ ਉਸ ਗੁਰਮੁਖ ਦੀ ਸਹਾਇਤਾ ਨਾਲ ਮੈਂ ਵੀ ਹਰੀ ਨਾਮ ਰੂਪ ਮਾਲ ਦਾ ਵਣਜ ਕਰ ਸਕਾਂ। ਇੱਕ ਵਾਰੀ ਪੜ੍ਹੋ, 2 ਵਾਰੀ ਪੜ੍ਹੋ। ਜਦੋਂ ਤੁਸੀਂ ਪਿਆਰ ਨਾਲ ਪੜ੍ਹੋਗੇ ਤਾਂ ਇਉਂ ਲੱਗੇਗਾ ਵੀ ਇਹ ਤੇ ਤੁਹਾਡੇ ਆਪਣੇ ਉੱਤੇ, ਮੇਰੇ ਆਪਣੇ ਉੱਤੇ ਗੱਲ ਢੁੱਕ ਰਹੀ। ਕੋ ਬਨਜਾਰੂ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਮੈਂ ਵੀ ਕਾਮਯਾਬ ਹੋ ਜਾਵਾਂ, ਮੈਂ ਵੀ ਆਪਣੇ ਜੀਵਨ ਦੇ ਅੰਦਰ ਸਫਲ ਵਪਾਰ ਕਰ ਸਕਾਂ। ਫਿਰ ਭਗਤ ਜੀ ਕਹਿੰਦੇ ਨੇ, ਘਟ ਅਵਘਟ ਡੂਗਰ ਘਣਾ। ਜਿਹੜਾ ਰਸਤਾ ਹੈ ਉਹ ਬੜਾ ਬਿਖੜਾ ਹੈ। ਅਵਘਟ ਦਾ ਮਤਲਬ ਹੈ ਔਖਾ ਰਸਤਾ। ਘਟ ਮੈਨਾ ਰਸਤਾ, ਔਖਾ ਰਸਤਾ। ਔਖਾ ਰਸਤਾ ਕਿਹੜਾ ਹੁੰਦਾ? ਜਿਹਦੇ ਵਿੱਚ ਕਈ ਡੂੰਘੀਆਂ ਖਾਈਆਂ ਹੋਣ, ਕਈ ਉੱਚੀਆਂ ਪਹਾੜੀਆਂ ਹੋਣ। ਕਹਿੰਦੇ ਘਟ ਅਵਘਟ ਡੂਗਰ ਘਣਾ। ਡੂਗਰ ਕਹਿੰਦੇ ਨੇ ਪਹਾੜੀ ਰਸਤੇ ਨੂੰ। ਕਹਿੰਦੇ ਮੇਰੇ ਜੀਵਨ ਦੇ ਅੰਦਰ, ਰਸਤੇ ਦੇ ਅੰਦਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹਨ। ਹਰ ਬੰਦਾ ਮੁਸ਼ਕਲਾਂ ਦੀ ਪੰਡ ਚੁੱਕੀ ਫਿਰਦਾ। ਕਿਸੇ ਨਾਲ ਗੱਲ ਕਰਕੇ ਵੇਖੋ, ਮੈਨੂੰ ਆਹ ਮੁਸ਼ਕਲ ਹੈ ਜੀ, ਮੈਨੂੰ ਆਹ ਮੁਸ਼ਕਲ ਹੈ ਜੀ। ਮੈਂ ਤਾਂ ਕਈ ਵਾਰੀ ਦੇਖਿਆ ਕਿ ਅਸੀਂ ਇੱਕ ਦਫਾ ਲਖਨਊ ਅੰਮ੍ਰਿਤ ਸੰਚਾਰ ਕਰਨਾ ਸੀ ਤੇ ਦਾਸ 5 ਪਿਆਰਿਆਂ ਦੀ ਸੇਵਾ ਵਿੱਚ ਸ਼ਾਮਲ ਸੀ। ਤਾਂ ਕਈ ਮੁਸ਼ਕਲਾਂ ਉੱਥੇ ਦਰਪੇਸ਼ ਆਈਆਂ। ਇੱਕ ਸਿੰਘ ਆਇਆ, ਹਾਂ ਜੀ ਮੈਂ ਤੇ ਅੰਮ੍ਰਿਤ ਛਕਣਾ ਚਾਹੁੰਦਾ, ਪਰ ਮੇਰੀ ਸਿੰਘਣੀ ਨਹੀਂ ਛਕਣਾ ਚਾਹੁੰਦੀ। ਇੱਕ ਬੀਬੀ ਆਈ, ਉਹ ਕਹਿੰਦੀ ਜੀ ਮੈਂ ਤੇ ਅੰਮ੍ਰਿਤ ਛਕਣਾ ਚਾਹੁੰਦੀ ਹਾਂ, ਮੇਰੇ ਪਤੀ ਜੀ ਨਹੀਂ ਮੰਨਦੇ। ਬੜੀਆਂ ਮੁਸ਼ਕਲਾਂ ਹਨ ਸਾਧ ਸੰਗਤ। ਜੇ ਇਕੱਲੇ ਇਕੱਲੇ ਵਿਅਕਤੀ ਦੀ ਕਹਾਣੀ ਸੁਣਨ ਲੱਗੀਏ ਨਾ, ਅਸੀਂ ਸਾਰੇ ਮੁਸ਼ਕਲਾਂ ਵਿੱਚ ਫਸੇ ਹੋਏ। ਭਗਤ ਜੀ ਕਹਿੰਦੇ ਨੇ ਘਟ ਅਵਘਟ ਡੂਗਰ ਘਣਾ। ਇੱਕ ਤਾਂ ਰਸਤਾ ਬੜਾ ਔਖਾ ਹੈ। ਦੂਸਰੀ ਗੱਲ ਇਹ ਕਿ ਇੱਕ ਨਿਰਗੁਣ ਬੈਲ ਹਮਾਰ।
ਜਿਹੜਾ ਮੇਰਾ ਮਨ ਰੂਪੀ ਬੈਲ ਹੈ ਇਹ ਨਿਰਗੁਣ ਹੈ, ਕਮਜ਼ੋਰ ਹੈ। ਇਹਦੇ ਵਿੱਚ ਉਤਨੇ ਦੈਵੀ ਗੁਣ ਨਹੀਂ ਹੈਗੇ। ਇਹ ਭੈੜੇ ਪਾਸੇ ਛੇਤੀ ਜਾਂਦਾ ਹੈ, ਚੰਗੇ ਪਾਸੇ ਤੁਰਨ ਲਈ ਤਿਆਰ ਹੀ ਨਹੀਂ ਹੈ। ਘਟ ਅਬ ਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਇਹ ਮੇਰਾ ਮਨ ਰੂਪੀ ਜਿਹੜਾ ਬੈਲ ਹੈ ਨਾ, ਜਿਹਦੇ ਉੱਤੇ ਇਹ ਸਾਰਾ ਭਾਰ ਪੈਣਾ ਹੈ, ਜਿਹਦੀ ਮੈਂ ਸਹਾਇਤਾ ਲੈ ਕੇ ਵਪਾਰ ਕਰ ਰਿਹਾ, ਉਹ ਕਮਜ਼ੋਰ ਬੜਾ ਹੈ। ਉਹਦੇ ਵਿੱਚ ਉਹ ਆਤਮਿਕ ਬਲ ਨਹੀਂ ਹੈਗਾ। ਇਸ ਵਾਸਤੇ ਮੈਂ ਬੇਨਤੀ ਕਰਦਾ, ਰਮਈਏ ਸਿਉ ਇੱਕ ਬੇਨਤੀ। ਦੇਖੋ, ਇੱਕ ਗੱਲ ਨੂੰ ਧਿਆਨ ਨਾਲ ਸਮਝੀਏ ਤੇ ਗੁਰਬਾਣੀ ਦੀ ਲਗਾ ਮਾਤਰਾ ਦਾ ਕਿਤਨਾ ਮਹੱਤਵ ਹੈ। ਹੁਣ ਉੱਪਰ ਇੱਕ ਆਇਆ ਕੱਕੇ ਨੂੰ ਔਂਕੜ ਵਾਲਾ, ਨਿਰਗੁਣ ਤੇ ਬੈਲ, ਉਹਨਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਹੈ। ਪਰ ਇੱਥੇ ਰਮਈਏ ਸਿਉ ਇੱਕ ਬੇਨਤੀ, ਇੱਥੇ ਇੱਕ ਦਾ ਕੱਕਾ ਮੁਕਤਾ ਹੈ, ਕਿਉਂਕਿ ਬੇਨਤੀ ਜਿਹੜੀ ਹੈ ਉਹ ਇਸਤਰੀ ਲਿੰਗ ਹੈ। ਇੱਥੇ ਇੱਕ ਦਾ ਕੱਕਾ ਮੁਕਤਾ ਹੋ ਗਿਆ। ਇੰਨੀਆਂ ਬਰੀਕੀਆਂ ਦੱਸਣ ਲਈ, ਸੁਣਨ ਲਈ ਵੀ ਸਮਾਂ ਚਾਹੀਦਾ, ਔਰ ਨੌਲੇਜ ਵੀ ਚਾਹੀਦੀ ਗੁਰੂ ਕਿਰਪਾ ਦੁਆਰਾ। ਪਰ ਮੈਂ ਦੇਖਦਾ ਕਿ ਸਾਡੇ ਵਿੱਚ ਇਹ ਬਿਰਤੀ ਬਹੁਤ ਘੱਟ ਹੈ, ਬੜੀ ਘੱਟ। ਮੈਂ ਕਿਸੇ ਤੇ ਕਟਾਕਸ਼ ਨਹੀਂ ਕਰਦਾ, ਪਰ ਜਦੋਂ ਮੈਂ ਬਾਣੀ ਦੀ ਆਪ ਵਿਚਾਰ ਕਰਦਾ ਤਾਂ ਮੈਨੂੰ ਸਮਝ ਆਉਂਦੀ ਹੈ ਕਿ ਅਸੀਂ ਇਸ ਪਾਸਿਓਂ ਬਿਲਕੁਲ ਵਿਹੂਣੇ ਹਾਂ। ਘਟ ਅਬ ਘਟ ਡੂਗਰ ਘਣਾ। ਇੱਕ ਤਾਂ ਰਸਤਾ ਬੜਾ ਔਖਾ, ਰਸਤੇ ਵਿੱਚ ਬੜੀਆਂ ਮੁਸ਼ਕਲਾਂ ਹਨ। ਕਿਧਰੇ ਡੂੰਘੀਆਂ ਖਾਈਆਂ ਹਨ ਵਿਸ਼ੇ ਵਿਕਾਰਾਂ ਦੀਆਂ, ਕਿਧਰੇ ਹੋਰ ਮੁਸ਼ਕਲਾਂ ਹਨ। ਤੇ ਦੂਜੇ ਪਾਸੇ ਇੱਕ ਨਿਰਗੁਣ ਬੈਲ ਹਮਾਰ। ਇਹ ਜਿਹੜਾ ਮਨ ਰੂਪੀ ਬੈਲ ਹੈ ਇਹ ਨਿਰਗੁਣ ਹੈ, ਇਹਦੇ 'ਚ ਗੁਣ ਨਹੀਂ ਹੈਗੀ, ਇਹਦੇ ਵਿੱਚ ਓਨੀ ਆਤਮਿਕ ਬਲ ਸ਼ਕਤੀ ਨਹੀਂ ਹੈਗੀ। ਇਹਦੀ ਹਾਲਤ ਇਹ ਹੈ ਕਿ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਭੈੜੇ ਪਾਸੇ ਤੁਰਨਾ ਹੋਵੇ ਤਿਆਰ ਬਰ ਤਿਆਰ, ਚੰਗੇ ਪਾਸੇ ਤੁਰਨ ਲਈ ਇਹ ਸੁਸਤ ਹੋ ਜਾਂਦਾ। ਇਹਦੇ 'ਚ ਕਮਜ਼ੋਰੀ ਹੈ, ਔਰ ਇਹ ਕਮਜ਼ੋਰੀ ਮੇਰੇ ਵਿੱਚ, ਤੁਹਾਡੇ ਵਿੱਚ, ਲਗਭਗ ਸਭ ਵਿੱਚ। ਹੁਣ ਇਹਦੇ ਵਾਸਤੇ ਸਾਨੂੰ ਸਹਾਇਤਾ ਦੀ ਲੋੜ ਹੈ। ਉਹ ਸਹਾਇਤਾ ਕਿੱਥੋਂ ਮਿਲੇਗੀ? ਰਮਈਏ ਸਿਉ ਇੱਕ ਬੇਨਤੀ। ਉਸ ਰਮੇ ਹੋਏ ਰਾਮ ਪਰਮੇਸ਼ਵਰ ਦੇ ਚਰਨਾਂ ਵਿੱਚ ਮੇਰੀ ਅਰਦਾਸ ਹੈ, ਮੇਰੀ ਪੂੰਜੀ ਰਾਖ ਮੁਰਾਰ। ਹੇ ਮੁਰਾਰ, ਹੇ ਪ੍ਰਭੂ, ਮੇਰੀ ਇਹ ਸਵਾਸਾਂ ਦੀ ਪੂੰਜੀ ਨੂੰ ਸਫਲ ਕਰ, ਮੈਨੂੰ ਚੰਗੇ ਪਾਸੇ ਲਾ। ਦੇਖੋ, ਅਸੀਂ ਕਈ ਵਾਰੀ ਮੈਂ ਦੇਖਿਆ ਕੋਈ ਮੁਰਾਰ, ਕੋਈ ਰਾਮ, ਇਹਨਾਂ ਸ਼ਬਦਾਂ ਤੇ ਉਲਝ ਕੇ ਰਹਿ ਜਾਂਦੇ। ਸਿੱਧ ਕਰਾਂਗੇ ਜੀ, ਭਗਤ ਰਵਿਦਾਸ ਜੀ ਰਾਮ ਜੀ ਨੂੰ ਮੰਨਦੇ ਸਨ ਕਿ ਕ੍ਰਿਸ਼ਨ ਜੀ ਨੂੰ ਮੰਨਦੇ। ਅਰੇ ਭਾਈ, ਇਸ ਉਲਝਣ ਵਿੱਚ ਨਾ ਪਾਓ। ਇਹ ਸਾਰੇ ਨਾਮ ਉਸ ਪਰਮਾਤਮਾ ਲਈ ਹਨ। ਉਸੇ ਨੂੰ ਭਗਤ ਜੀ ਨੇ ਰਮਈਆ ਕਿਹਾ, ਉਸੇ ਨੂੰ ਮੁਰਾਰ ਵੀ ਕਿਹਾ। ਔਰ ਗੁਰਬਾਣੀ ਵਿੱਚ ਨਾਮ ਤੇ ਕੋਈ ਉਲਝਣ ਝਗੜਾ ਹੈ ਹੀ ਨਹੀਂ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅੱਲਾ। ਫਿਰ ਭਗਤ ਜੀ ਕਹਿੰਦੇ ਨੇ, ਮੈਂ ਆਪਣੀ ਕਮਜ਼ੋਰੀ ਬਾਰੇ ਜਾਣਦਾ ਹਾਂ, ਮੈਨੂੰ ਇਹ ਮੁਸ਼ਕਲਾਂ ਨਜ਼ਰ ਆ ਰਹੀਆਂ ਹਨ। ਔਰ ਇਹ ਭਗਤ ਜੀ ਇਕੱਲਿਆਂ ਦੀਆਂ ਮੁਸ਼ਕਲਾਂ ਨਹੀਂ, ਮੇਰੀਆਂ, ਤੁਹਾਡੀਆਂ, ਸਭ ਦੀਆਂ। ਘਟ ਅਬ ਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਕੋ ਬਨ ਜਾਰੋ ਰਾਮ ਕੋ। ਕਿਉਂਕਿ ਜੇ ਕੋਈ ਉਸ ਰਸਤੇ ਦਾ ਵਪਾਰੀ ਹੋਵੇ, ਜੇ ਕੋਈ ਉਸ ਕੰਮ ਨੂੰ ਕਰਨ ਵਾਲਾ ਹੋਵੇ, ਉਹਦੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ, ਉਹਦੇ ਤੋਂ ਮਾਰਗ ਦਰਸ਼ਨ ਪ੍ਰਾਪਤ ਕੀਤਾ ਜਾ ਸਕਦਾ। ਇਸੇ ਲਈ ਸਾਨੂੰ ਚੰਗੀ ਸੰਗਤ ਕਰਨ ਦੀ ਪ੍ਰੇਰਨਾ ਕੀਤੀ ਜਾਂਦੀ। ਗੁਰੂ ਮਹਾਰਾਜ ਤੇ ਲਿਖਦੇ ਨੇ
कि विजोग मिल विछोड़िया संजोगी मेल। जे तुसी टुटिया होयां दी संगत करोगे वो तुहानू भी तोड़ देणगे। इसे लिए भगत जी कहते ने उन्हां दी संगत ना करियो, साकत संग ना करियो। रब तो टुटे हुए बंदे दी कदे संगत ना करो, बल्कि रोज गुरसिख अरदास करदा, सही गुरमुख प्यारे मिलो जिन्हां दे मिलिया तेरा नाम चितावे। को बन जारो राम को मेरा टांडा लाद्या जाए रे। मेरा ये जीवन का काफला लद्या जाए, मैनू भी कामयाबी हो जाए। फिर अगले पद विच कहते ने हों बन जारो राम को। भाई मैं ते राम दे नाम का व्यापारी हाँ। अखरी अर्थ कोई बहुते औखे नहीं, पर ध्यान देने की लोड़ है। उस अवस्था में पहुंचने की लोड़ है जिस अवस्था में पहुंच के भगत रविदास जी ने एक शब्द उच्चारण किए हैं, घट अब घट डूगर घना एक निर्गुण बैल हमार। रमैये स्यों एक बेनती मेरी पूंजी राख मुरार। को बन जारो राम को मेरा टांडा लाद्या जाए रे। मैनू भी कामयाबी मिले, कोई ऐसा गुरमुख होवे। हों बन जारो राम को सहज करूं व्यापार। हुण बब्बे दे थले थोड़ा जिहा एक निशान है जिसनों असी यये दा चौथा हिस्सा कह सकते। इहदा उच्चारण करना व्यापार। हों बन जारो राम को, मैं राम दे नाम का व्यापारी हाँ। सहज करूं व्यापार, मैं अडोलता का व्यापार करता जिदे नाल मेरा मन टिक जाए, मेरा मन शक्तिशाली हो जाए, मेरा मन भैड़े पासे जान तो रुक जाए। मैं राम नाम तन लादिया बिखलादी संसार। आख्या मैं ते भाई राम दे नाम दा तन लदिया, पर लोग बिख बिख कहते जहर वो काम कर रहे ने जिदे नाल आत्मक मौत होंदी है, माया इकट्ठी कर रहे हैं। हुण कई लोग कहते जी तुसी माया त्याग दिती है। नहीं नहीं, गुरु बाबे ने माया त्यागण की गल नहीं की, पर जे असीं इस नूं गलत तरीके नाल कमावांगे, ठगी ठोरी करके कमावांगे, पराया हक लियावांगे, फिर वो जहर बन जाएगा। वो निरा साडे वास्ते नहीं, साडे बच्चों लिए भी जहर बन जाएगा। पर हो की रहे हैं, जिधर वेखो कफलेबाजी है, जिधर वेखो मिलावट ते जोर है। पुराना समा जदों कदे याद करीदा, भावें लोकां कोल जमीन थोड़ी होवे, फसल घट होवे, पर लोग बड़े संतुष्ट सीगे, बड़े संतोखी सीगे, घरां विच बड़ा सुख ते आनंद सीगा। पर हुण जितना माया दा पसारा वधिया है, उन्हें कतल ज़्यादा हो रहे हैं, उन्हें लोग एक दूजे दे सिर वड्डवें वैरी बने हुए ने। भगत जी ठीक कह रहे हैं। हों बन जारो राम को सहज करूं व्यापार। मैं राम नाम तन लादिया बिखलादी संसार। संसार जहर इकट्ठा कर रहे। साध संगत जे साडे कमाई दे साधन, मैं तो अखबारां पढ़ पढ़ के खबरां सुन सुन के हैरान होना। करोड़ों रुपए के कपले, बड़िया बड़िया कंपनियां, बड़े बड़े बैंकों के अफसर रल के की कर रहे हैं, इथों धन चुक के बाहरले देशों में भेज रहे हैं। ये सब जहर इकट्ठा हो रहे, जिहदे नतीजे वजों साडा करैक्टर भी खत्म हो रहा। काहदे लई कर रहे हैं? साडे बच्चे ऐश लुटन, वो बच्चों का तो तुसीं बेड़ा गर्क कर रहे हो। भगत जी ने ठीक कहा, मैं राम नाम तन लादिया बिख लादी संसार। जे कदे बाबे नानक की सिक्ख्या पढ़ ली, पातशाह ते कहते हक पराया नानका उस सूअर उस गाए।
ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨ ਖਾਏ। ਹੱਟੀ ਤੇ ਬਹਿ ਕੇ ਗੁਰੂ ਦੀ ਸਹੁੰ ਵੀ ਚੁੱਕ ਦਿੰਦੇ ਆ, ਵਾਹਿਗੁਰੂ ਦੀ ਸਹੁੰ ਵੀ ਚੁੱਕ ਦਿੰਦੇ ਆ। ਨਕਲੀ ਚੀਜ਼ਾਂ ਵੇਚੀ ਜਾਂਦੇ ਆ, ਗਰਮ ਮਸਾਲਿਆਂ ਵਿੱਚ ਘੋੜਿਆਂ ਦੀ ਲਿੱਦ ਪਾਈ ਜਾਂਦੇ ਆ, ਕਾਲੀਆਂ ਮਿਰਚਾਂ ਵਿੱਚ ਪਪੀਤੇ ਦੇ ਬੀਜ ਲਾਈ ਜਾਂਦੇ ਆ। ਇਹ ਜ਼ਹਿਰ ਨਹੀਂ ਲੱਦ ਰਹੇ ਤੇ ਹੋਰ ਕੀ ਕਰ ਰਹੇ? ਹਉ ਬਨ ਜਾਰੂ ਰਾਮ ਕੋ, ਸਹਿਜ ਕਰੋ ਵਿਆਪਾਰ। ਫਿਰ ਨੀਂਦਰ ਕਿੱਥੋਂ ਆਵੇਗੀ? ਫਿਰ ਬਿਮਾਰੀਆਂ ਕਿਉਂ ਨਾ ਚੰਬੜਨਗੀਆਂ? ਫਿਰ ਬੱਚੇ ਕਿਉਂ ਨਾ ਵਿਗੜਨਗੇ? ਮੈਂ ਰਾਮ ਨਾਮ ਤਨ ਲਾਦਿਆ, ਬਿਖ ਲਾਦੀ ਸੰਸਾਰ। ਭਗਤ ਜੀ ਕਹਿੰਦੇ ਨੇ ਮੈਂ ਤੇ ਉਹ ਵਪਾਰ ਕਰ ਰਿਹਾ ਜਿਹਦੇ ਵਿੱਚ ਪਰਮਾਤਮਾ ਦੇ ਨਾਮ ਦਾ ਸੌਦਾ। ਤੇ ਇਸ ਤਰ੍ਹਾਂ ਦੀ ਜ਼ਿੰਦਗੀ ਦਾ ਮਿਆਰ ਬਣਾ ਕੇ ਫਿਰ ਬੰਦਾ ਨਿਰਭੈ ਹੋ ਜਾਂਦਾ। ਤੇ ਨਿਰਭੈ ਹੋ ਕੇ ਕੀ ਕਹਿੰਦਾ? ਉਰਵਾਰ ਪਾਰ ਕੇ ਦਾਨੀਆਂ, ਲਿਖ ਲਿਓ ਆਲ ਪਤਾਲ। ਇਹ ਆਮ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵਰਣਨ ਆਉਂਦਾ ਵੀ ਇੱਕ ਧਰਮ ਰਾਜਾ ਹੈ, ਉਹਦੇ ਛੱਡੇ ਹੋਏ 2 ਦੂਤ ਹਨ ਜਿਨ੍ਹਾਂ ਨੂੰ ਚਿਤਰਗੁਪਤ ਕਹਿੰਦੇ ਹਨ, ਜਿਹੜੇ ਬੰਦਿਆਂ ਦੇ ਹਰ ਕੀਤੇ ਹੋਏ ਕੰਮ ਨੂੰ ਨੋਟ ਕਰਦੇ ਨੇ। ਜਿਹੜੇ ਅਸੀਂ ਪ੍ਰੈਕਟੀਕਲ ਕਰਦੇ ਹਾਂ ਉਹ ਚਿੱਤਰ ਲਿਖ ਲੈਂਦਾ, ਜਿਹੜੇ ਅੰਦਰ ਸੋਚਦੇ ਵਿਚਾਰਦੇ ਹਾਂ ਉਹਨਾਂ ਨੂੰ ਗੁਪਤ ਲਿਖ ਲੈਂਦਾ। ਤੇ ਉਹ ਚਿੱਠਾ ਫਿਰ ਪੇਸ਼ ਕਰਦੇ ਨੇ ਧਰਮਰਾਜ ਨੂੰ। ਪਰ ਜਿਹੜੇ ਭਗਤ ਰਵਿਦਾਸ ਜੀ ਵਾਂਗੂ ਸੱਚੀ ਸੁੱਚੀ ਜ਼ਿੰਦਗੀ ਧਾਰਨ ਕਰਦੇ ਨੇ, ਉਹ ਫਿਰ ਛਾਤੀ ਠੋਕ ਕੇ ਬਾਂਹ ਉਲਾਰ ਕੇ ਕਹਿੰਦੇ ਨੇ ਉਰਵਾਰ ਪਾਰ ਕੇ ਦਾਨੀਆਂ। ਓਏ ਉਰਲੇ ਪਰਲੇ ਪਾਸੇ ਦੀ ਖਬਰ ਰੱਖਣ ਵਾਲਿਓ, ਉਹ ਚਿਤਰਗੁਪਤ ਤੋਂ ਕੰਨ ਖੋਲ ਕੇ ਸੁਣ ਲਓ। ਲਿਖ ਲਿਓ ਆਲ ਪਤਾਲ, ਜੋ ਤੁਹਾਡਾ ਮਰਜ਼ੀ ਹੈ ਲਿਖ ਲਓ, ਜੋ ਊਲ ਜਲੂਲ ਤੁਸੀਂ ਲਿਖਣਾ ਲਿਖ ਲਓ। ਮੋਹੇ ਜਮ ਡੰਡ ਨ ਲਾ ਗਈ, ਤਜੀਲੇ ਸਰਵ ਜੰਜਾਲ। ਮੈਂ ਉਹ ਸਾਰੇ ਜੰਜਾਲ, ਜਿੰਦ ਦੇ ਜਾਲ ਵੈਰੀ ਛੱਡ ਦਿੱਤੇ। ਮੈਨੂੰ ਜਮ ਡੰਡ ਨਹੀਂ ਲੱਗ ਸਕਦਾ। ਮੈਂ ਤੇ ਪਰਮਾਤਮਾ ਦੇ ਨਾਮ ਦਾ ਵਪਾਰੀ ਹਾਂ। ਕੋ ਵਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਹਉ ਵਣਜਾਰੋ ਰਾਮ ਕੋ, ਸਹਿਜ ਕਰੋ ਵਿਆਪਾਰ। ਮੈਂ ਰਾਮ ਨਾਮ ਤਨ ਲਾਦਿਆ, ਬਿਖ ਲਾਦੀ ਸੰਸਾਰ। ਉਰਵਾਰ ਪਾਰ ਕੇ ਦਾਨੀਆਂ, ਲਿਖ ਲਿਓ ਆਲ ਪਤਾਲ। ਮੋਹੇ ਜਮ ਡੰਡ ਨ ਲਾ ਗਈ, ਤਜੀਲੇ ਸਰਵ ਜੰਜਾਲ। ਸਿਮਰਨ ਕਰਕੇ, ਗੁਰਮੁਖਾਂ ਦੀ ਸੰਗਤ ਕਰਕੇ ਮੈਨੂੰ ਸਮਝ ਆ ਗਈ ਹੈ, ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ। ਇਹ ਜਿਹੜੀ ਮਾਇਆ ਹੈ ਇਹਦਾ ਰੰਗ ਤੇ ਹੈ ਕੁਸੁੰਭੇ ਵਰਗਾ। ਮਾਇਆ ਕੀ ਸ਼ੋਭਾ 4 ਦਿਹਾੜੇ, ਜਾਂਦੀ ਬਿਲਮ ਨਾ ਹੋਏ। ਜਿਵੇਂ ਕੁਸੁੰਭੇ ਦਾ ਰੰਗ ਦੇਖਣ ਨੂੰ ਤੇ ਬੜਾ ਚੋਚਹਾ ਹੈ, ਬੜਾ ਸ਼ੋਖ ਹੈ, ਪਰ ਬੜੀ ਜਲਦੀ ਬਦਰੰਗ ਹੋ ਜਾਂਦਾ। ਇਹ ਮਾਇਆ ਦੇ ਰੰਗ ਐਸੇ ਹੀ ਹਨ। ਅੱਜ ਪਦਵੀਆਂ ਤੇ ਬਹਿ ਕੇ ਅਸੀਂ ਲੁਚਪੁਣਾ ਕਰਦੇ ਹਾਂ, ਬੇਇਨਸਾਫੀ ਕਰਦੇ ਹਾਂ, ਪਰ ਯਾਦ ਰੱਖੋ ਜਦੋਂ ਇਹਨਾਂ ਦਾ ਲੇਖਾ ਦੇਣਾ ਪਵੇਗਾ ਫਿਰ ਬੜੀ ਮੁਸ਼ਕਲ ਆਵੇ। ਪਰ ਭਗਤ ਜੀ ਕਹਿੰਦੇ ਨੇ ਜੈਸਾ ਰੰਗ ਕੁਸੁੰਭ ਕਾ ਤੈਸਾ ਇਹ ਸੰਸਾਰ।